एक ओंकार सतनाम करता पुरख निर कौन निर्वैर अकाल मूरत आजुनी सैभ मोर परिसार दे ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਪਿਛਲੇ ਸਾਲ 9 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਦੋਨਾਂ ਦੇਸ਼ਾਂ ਮਤਲਬ ਭਾਰਤ ਤੇ ਪਾਕਿਸਤਾਨ ਦਰਮਿਆਨ ਸ਼ੁਰੂ ਹੋਇਆ ਸੀ। ਇਮਰਾਨ ਖਾਨ ਹੋਰਾਂ ਪਾਕਿਸਤਾਨ ਵਾਲੀ ਸਾਈਡ ਤੋਂ ਇਸ ਦਾ ਉਦਘਾਟਨ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਡੇਰਾ ਬਾਬਾ ਨਾਨਕ ਇੰਡੀਆ ਵਾਲੀ ਸਾਈਡ ਤੋਂ ਉਦਘਾਟਨ ਕੀਤਾ ਸੀ। ਹੁਣ ਜਲੰਧਰ ਬੇਸਡ ਰਾਈਟਰ ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ, ਜਿਹੜੇ ਕਿ ਲੈਸਟਰ ਸ਼ਹਿਰ ਇੰਗਲੈਂਡ ਵਿੱਚ ਸੈਟਲਡ ਹੈਗੇ ਆ, ਉਹਨਾਂ ਨੇ ਇੱਕ ਰਿਸਰਚ ਬੇਸਡ ਬੁੱਕ ਲਿਖੀ ਹੈਗੀ ਆ ਕਰਤਾਰਪੁਰ ਕੋਰੀਡੋਰ ਬਾਰੇ, ਜਿਹਦੇ ਵਿੱਚ ਉਹ ਵੀ ਗੱਲਾਂ ਲਿਖੀਆਂ ਗਈਆਂ ਹੈਗੀਆਂ ਜਿਹੜੀਆਂ ਕਿ ਆਮ ਕਿਸੇ ਨੂੰ ਪਤਾ ਨਹੀਂ ਹੈ। ਇਹ ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ ਇਹ ਬੁੱਕ ਲਿਖੀ ਹੈਗੀ ਆ ਗਾਥਾ ਕਰਤਾਰਪੁਰ ਲਾਂਘੇ ਦੀ। ਫਿਲਹਾਲ ਇਹ ਪੰਜਾਬੀ ਵਿੱਚ ਆ, ਇਹਨੂੰ ਇੰਗਲਿਸ਼ ਐਡੀਸ਼ਨ ਵੀ ਇਹਦਾ ਆਉਣਾ ਹੈਗਾ, ਫਿਰ ਇਹਦਾ ਸ਼ਾਹਪੁਰੀ ਐਡੀਸ਼ਨ ਵੀ ਆਉਣਾ ਜਿਹੜਾ ਪਾਕਿਸਤਾਨ ਵਿੱਚ ਰਿਲੀਜ਼ ਹੋਏਗਾ। ਇਹਦੇ ਵਿੱਚ 1947 ਦੀ ਵੰਡ ਦੇ ਜੋ ਹਿਸਟੋਰਿਕ ਆਸਪੈਕਟਸ ਉੱਤੋਂ ਲੈ ਕੇ ਕਰਤਾਰਪੁਰ ਕੋਰੀਡੋਰ ਤੱਕ ਦੇ ਸਾਰੀ ਬੈਕਗਰਾਊਂਡ ਇਨਫੋਰਮੇਸ਼ਨ ਹੈਗੀ ਆ। ਇਹ ਜਿਵੇਂ ਤੁਹਾਨੂੰ ਪਤਾ ਹੈ UN ਸੈਕਟਰੀ ਜਨਰਲ ਐਂਟੋਨੀਓ ਗੁਟਰੇਸ, ਉਹਨਾਂ ਦਾ ਵੀ ਬਹੁਤ ਵੱਡਾ ਇਹਦੇ ਵਿੱਚ ਹੱਥ ਹੈਗਾ। ਇਸ ਬੁੱਕ ਵਿੱਚ ਉਹਨਾਂ ਨੇ 1947 ਵੇਲੇ ਜੋ ਭਾਰਤ ਪਾਕਿਸਤਾਨ ਵੰਡ ਹੋਈ, ਈਸਟ ਤੇ ਵੈਸਟ ਪੰਜਾਬ ਜਿਹੜੇ ਵੰਡੇ ਗਏ ਹੈਗੇ, ਉਹਦੇ ਬੈਕਗਰਾਊਂਡ ਦੇ ਹਿਸਟੋਰਿਕ ਫੈਕਟਸ ਕੀ ਹੈਗੇ ਆ, ਜਿਹਦੇ ਵਿੱਚ ਇਹਨਾਂ ਨੇ ਇਹ ਵਾਲਾ ਹੈਗਾ ਇੰਡੀਆ ਇੰਡੀਪੈਂਡੈਂਟ ਬ੍ਰਿਟਿਸ਼ ਰੂਲ ਇੰਡਸ, ਮਤਲਬ ਉਸ ਵੇਲੇ ਦੀਆਂ ਅਖਬਾਰਾਂ ਲੈਣੀਆਂ, ਫਿਰ ਬ੍ਰਿਟਿਸ਼ ਲਾਇਬ੍ਰੇਰੀ ਜਾਂ ਬ੍ਰਿਟਿਸ਼ ਮਿਊਜ਼ੀਅਮ ਤੋਂ ਰਿਸਰਚ ਕਰਨੀ, ਪਾਕਿਸਤਾਨ ਦੇ ਜਿਹੜੇ ਰਾਈਟਰ ਜਾਂ ਉੱਧਰਲੋਂ ਬਹੁਤ ਸਾਰਾ ਰਿਸਰਚ ਮਟੀਰੀਅਲ ਕੀਤਾ, ਆਪਣੀ ਇੰਡੀਆ ਵਾਲੀ ਸਾਈਡ ਤੋਂ ਕੀਤਾ ਹੈਗਾ। ਸੋ ਇਹ ਕੁੱਲ ਮਿਲਾ ਕੇ ਇਹ ਬਹੁਤ ਸਾਰੇ ਜਿਹੜੇ 1947 ਦੇ ਵੰਡ ਦੇ ਅਤੇ ਜਿਹੜੇ ਕਰਤਾਰਪੁਰ ਕੋਰੀਡੋਰ ਦੇ ਬੈਕਗਰਾਊਂਡ ਪਹਿਲੂ ਬਾਰੇ ਉਜਾਗਰ ਕਰੇਗੀ। ਖਾਸ ਤੌਰ 'ਤੇ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਬਣੇ ਹੈਗੇ, ਉਹਨਾਂ ਨੇ ਸਿੱਧੂ ਸਾਹਿਬ ਨੂੰ ਦੋਸਤੀ ਨਾਤੇ ਆਪਣਾ ਪੁਰਾਣਾ ਕ੍ਰਿਕਟਰ ਸਾਥੀ ਹੋਣ ਦੇ ਨਾਤੇ ਬੁਲਾਇਆ ਹੈਗਾ, ਅਤੇ ਉਹਨਾਂ ਨੂੰ ਪੁੱਛਿਆ ਹੈਗਾ ਵੀ ਸਿੱਧੂ ਸਾਹਿਬ ਦੱਸੋ ਪੰਜਾਬ ਦੀ ਕੀ ਖਾਤਰਦਾਰੀ ਕਰੀਏ। ਸਿੱਧੂ ਸਾਹਿਬ ਨੇ ਸੋਚ ਕੇ ਕਿਹਾ ਵੀ ਬਸ ਹੋਰ ਕੁਛ ਨਹੀਂ ਚਾਹੀਦਾ ਹੈਗਾ, ਸਾਡੀਆਂ 72 ਸਾਲ ਦੀਆਂ ਅਰਦਾਸਾਂ ਹੈਗੀਆਂ, ਇਹ ਕਰਤਾਰਪੁਰ ਕੋਰੀਡੋਰ ਸਾਨੂੰ ਹਰ ਹਾਲਤ ਵਿੱਚ ਚਾਹੀਦਾ ਹੈਗਾ। ਸੋ ਉਹ ਇਹ ਦੋਨਾਂ ਨੇਤਾਵਾਂ ਦੀ ਇਹ ਗੱਲਬਾਤ ਦਾ ਨਤੀਜਾ ਹੈਗਾ, ਜਿਹਦੇ ਕਰਕੇ ਕਰਤਾਰਪੁਰ ਕੋਰੀਡੋਰ ਮਿਲਿਆ ਹੈਗਾ। ਬਹੁਤ ਅੱਛੀ ਗੱਲ ਹੈਗਾ। ਇਹਦੇ ਨਾਲ ਭਾਵੇਂ ਬਾਅਦ ਵਿੱਚ ਪੁਲਵਾਮਾ ਵਾਲਾ ਵੀ ਇੰਸੀਡੈਂਸ ਹੋਇਆ, 370 ਵਾਲਾ ਵੀ ਹੋਇਆ ਹੈਗਾ, ਪਰ ਫਿਰ ਵੀ ਜਿਹੜਾ ਹੈਗਾ ਕਿਉਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਮਿਟਮੈਂਟ ਕੀਤੀ ਸੀ, ਇਹ ਜਿਹੜਾ ਹੈਗਾ ਕਰਤਾਰਪੁਰ ਲਾਂਘਾ ਜਿਹੜਾ ਨੇਪਰੇ ਚੜ੍ਹ ਗਿਆ। ਦਰਸ਼ਕੋ, ਪ੍ਰੋਫੈਸਰ ਸ਼ਿੰਗਾਰਾ ਸਿੰਘ ਜੀ ਢਿੱਲੋਂ ਜੋ ਬੇਸਿਕਲੀ ਜਲੰਧਰ ਦੇ ਰਹਿਣੇ ਵਾਲੇ ਹੈਗੇ ਆ, ਬਹੁਤ ਸਾਲਾਂ ਤੋਂ ਲੈਸਟਰ ਇੰਗਲੈਂਡ ਦੇ ਸ਼ਹਿਰ ਵਿੱਚ ਰਹਿੰਦੇ ਹੈਗੇ ਆ, ਬਹੁਤ ਅੱਛੇ ਰਾਈਟਰ ਹੈਗੇ ਆ, 19-20 ਕਿਤਾਬਾਂ ਲਿਖ ਚੁੱਕੇ ਹੈਗੇ। ਲੇਟੈਸਟ ਕਿਤਾਬ ਹੁਣ ਇਹਨਾਂ ਨੇ ਲਿਖੀ ਹੈਗੀ ਕਰਤਾਰਪੁਰ ਕੋਰੀਡੋਰ ਦੀ ਰਿਸਰਚ ਬੇਸਡ ਬੁੱਕ ਹੈਗੀ, ਜਿਹਦੇ ਵਿੱਚ 1947 ਦੀ ਵੰਡ ਦਾ ਕੀ ਪਿਛੋਕੜ ਸੀ, ਕੀ ਮਜਬੂਰੀਆਂ ਸੀ ਕੰਟਰੀਆਂ ਦੀ, ਕੁਝ ਲੀਡਰਾਂ ਦਾ ਕੀ ਯੋਗਦਾਨ ਸੀ, ਕਰਤਾਰਪੁਰ ਕੋਰੀਡੋਰ ਕਿਵੇਂ ਖੁੱਲ੍ਹਿਆ ਹੈਗਾ, ਬੈਕਗਰਾਊਂਡ ਈਵੈਂਟਸ ਕੀ ਹੋਈਆਂ, ਇਹ ਸਾਰਾ ਅਸੀਂ ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਇੰਗਲੈਂਡ ਤੋਂ ਜੁੜੇ ਨੇ ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ ਜੀ। ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸਾਡੇ ਪ੍ਰੋਗਰਾਮ ਵਿੱਚ ਸਵਾਗਤ ਹੈ। ਨਾਲ ਹੀ ਬਹੁਤ ਬਹੁਤ ਮੁਬਾਰਕਾਂ, ਤੁਹਾਡੀ ਬੁੱਕ ਜਿਹੜੀ ਫਾਈਨਲੀ ਮਾਰਕੀਟ ਵਿੱਚ ਆਊਟ ਹੋ ਗਈ ਹੈਗੀ ਆ। ਸਤਿ ਸ਼੍ਰੀ ਅਕਾਲ ਜੀ।
ਭਾਰਤ ਸਤਿ ਸ਼੍ਰੀ ਸਾਹਿਬ ਅਕਾਲ। ਦਾ ਬਹੁਤ ਧੰਨਵਾਦ ਹੈ, ਔਰ ਥੈਂਕ ਜਿਹੜੇ ਯੂ, ਥੈਂਕ ਯੂ। ਸੁਣ ਰਹੇ ਆ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਜੀ ਕਰਤਾਰਪੁਰ ਕੋਰੀਡੋਰ ਦੀ ਬੁੱਕ ਇਸ ਕਰਕੇ ਦਰਸ਼ਕੋ ਇੰਪੋਰਟੈਂਸ ਰੱਖਦੀ ਹੈਗੀ ਆ ਕਿਉਂਕਿ ਪਿਛਲੇ ਸਾਲ ਹੀ ਅਜੇ 9 ਨਵੰਬਰ ਨੂੰ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ, ਪਾਕਿਸਤਾਨ ਤੇ ਇੰਡੀਆ ਦੇ ਪ੍ਰਧਾਨ ਮੋਦੀ ਸਾਹਿਬ ਤੇ ਇਮਰਾਨ ਖਾਨ, ਉਹਨਾਂ ਨੇ ਆਪਣੇ ਆਪਣੇ ਦੇਸ਼ ਵਿੱਚ ਬਾਬੇ ਨਾਨਕ ਦੇ 550ਵੇਂ ਕਰਤਾਰਪੁਰ ਦੇ ਸੰਬੰਧ ਵਿੱਚ ਕਰਤਾਰਪੁਰ ਕੋਰੀਡੋਰ, ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਕਰਤਾਰਪੁਰ ਦਾ ਜਿਹੜਾ 4.5 ਕਿਲੋਮੀਟਰ ਦਾ ਕੋਰੀਡੋਰ ਉਹ ਖੋਲਿਆ ਹੈਗਾ। ਇਹਦੇ ਵਿੱਚ ਵਰਲਡ ਵਾਈਡ ਸਿੱਖਸ ਦੀ, ਪੰਜਾਬੀਆਂ ਦੀ ਬਹੁਤ ਵੱਡੀ ਦਿਲਚਸਪੀ ਹੋਏਗੀ। ਬਸ ਸਾਹਿਬ, ਹੁਣ ਤੁਸੀਂ ਕਿਉਂਕਿ ਫਾਰਮਲੀ ਬੁੱਕ ਤੁਹਾਡੀ ਰਿਲੀਜ਼ ਹੋ ਗਈ, ਅਜੇ ਪੰਜਾਬ ਵਿੱਚ ਤਾਂ ਅਜੇ ਇੱਧਰ ਆਈ ਨਹੀਂ ਹੈ, ਤੁਸੀਂ ਇੰਗਲੈਂਡ ਤੋਂ ਕੀਤੀ ਹੈ ਰਿਲੀਜ਼। ਇਹਦਾ ਕੀ ਮੇਨ ਤੁਸੀਂ ਹਾਈਲਾਈਟਸ ਹੈਗੇ, ਕਿਹੜੀਆਂ ਚੀਜ਼ਾਂ ਮੇਨ ਉਜਾਗਰ ਕੀਤੀਆਂ, ਫਿਰ ਅਸੀਂ ਪੁਆਇੰਟ ਬਾਈ ਪੁਆਇੰਟ ਸਾਰੀਆਂ ਚੀਜ਼ਾਂ ਹੌਲੀ ਹੌਲੀ ਲਵਾਂਗੇ। ਪਰ ਜੀ ਇਹਦੇ ਵਿੱਚ ਮੁੱਖ ਹਾਈਲਾਈਟਸ ਜਿਹੜੀਆਂ ਹੈਗੀਆਂ, ਉਹ ਬੇਸ ਜਿਹੜਾ ਹੈ ਕਰਤਾਰਪੁਰ ਕੋਰੀਡੋਰ ਹੈ। ਅੱਛਾ ਜੀ। ਕਰਤਾਰਪੁਰ ਕੋਰੀਡੋਰ ਦੇ ਨਾਲ ਸੰਬੰਧਿਤ ਕਰਤਾਰਪੁਰ ਸਾਹਿਬ ਦਾ ਗੁਰੂ ਘਰ ਜਿਹੜਾ ਹੈਗਾ, ਜਿਹਨੂੰ ਆਪਾਂ ਸਿੱਖੀ ਦਾ ਧੁਰਾ ਕਹਿੰਦੇ ਆ, ਬਾਬੇ ਨਾਨਕ ਨੇ ਉੱਥੇ 18 ਸਾਲ ਲਗਭਗ ਜਿਹੜੇ ਆ ਉਹ ਬਿਤਾਏ ਆ, ਉਸ ਧਰਤੀ ਨੂੰ ਭਾਗ ਲਾਏ। ਉੱਥੋਂ ਜਿਹੜੀ ਉਹਨਾਂ ਨੇ ਪਰੰਪਰਾ ਚਲਾਈ, ਜਿਹੜੀਆਂ ਟੀਚਿੰਗਸ ਦਿੱਤੀਆਂ, ਉਹਨਾਂ ਦਾ ਜ਼ਿਕਰ ਬਾਬੇ ਨਾਨਕ ਦਾ ਜਿਹੜਾ ਫਿਲਾਸਫੀ ਹੈ, ਜਿਹੜਾ ਦਰਸ਼ਨ ਹੈ, ਉਹਦੇ ਬਾਰੇ ਵਿੱਚ ਵੀ ਇਹਦੇ ਵਿੱਚ ਚੈਪਟਰ ਨੇ ਉਹ ਪੂੰਜੀਬੱਧ ਕੀਤੇ ਗਏ ਨੇ, ਜਿਨ੍ਹਾਂ ਦੇ ਬਾਰੇ ਚ ਗੱਲ ਕਰਨੀ ਚਾਹੀਦੀ ਹੈ ਸਾਨੂੰ ਕਿ ਬਾਬੇ ਨਾਨਕ ਦੀ ਅਸਲ ਫਿਲਾਸਫੀ ਕੀ ਹੈ, ਉਹਦੇ ਬਾਰੇ ਵਿੱਚ। ਪਲੱਸ ਇਸ ਦੇ ਨਾਲ ਜਿਹੜਾ ਇਹ ਕਰਤਾਰਪੁਰ ਜਿਹੜੀ ਜਗ੍ਹਾ ਹੈ, ਪਵਿੱਤਰ ਸਥਾਨ ਹੈ, ਇਹ ਪਾਕਿਸਤਾਨ ਦੇ ਵਿੱਚ ਕਿਉਂ ਰਹਿ ਗਿਆ। 1947 ਦੇ ਵੇਲੇ ਇਹ ਜਿਹੜੀ ਵੰਡ ਹੋਈ ਹੈ, ਜੋ ਖੂਨੀ ਘੱਲੂਘਾਰਾ ਵਾਪਰਿਆ, ਜੋ ਲੱਖਾਂ ਲੋਕਾਂ ਦਾ ਉਜਾੜਾ ਹੋਇਆ, ਉਹ ਲੱਖਾਂ ਦੀਆਂ ਮੌਤਾਂ ਹੋਈਆਂ, ਕਰੋੜਾਂ ਦਾ ਉਜਾੜਾ ਹੋਇਆ, ਉਹਦੇ ਪਿੱਛੇ ਜਿਹੜੀ ਸਾਜ਼ਿਸ਼ ਸੀ ਉਹਦੇ ਬਾਰੇ ਵਿੱਚ ਗੱਲ ਕੀਤੀ ਗਈ ਹੈ। 1947 ਦੀ ਵੰਡ ਜਿਹੜੀ ਹੈ, ਕੀ ਇਹ ਵੰਡ ਜਿਹੜੀ ਆ ਰੋਕੀ ਜਾ ਸਕਦੀ ਸੀ ਜਾਂ ਇਹਦੇ ਹੋਰ ਸਬਸਟੀਟਿਊਟ ਸੀ ਕਿ ਇਸ ਜਿਹੜਾ ਖੂਨ ਖਰਾਬੇ ਤੋਂ ਬਚਿਆ ਜਾ ਸਕਦਾ ਸੀ। ਉਹਨਾਂ ਤੱਥਾਂ ਨੂੰ ਸਾਹਮਣੇ ਲਿਆਂਦਾ ਗਿਆ ਹੈ। ਪਲੱਸ ਇਹਦੇ ਵਿੱਚ ਜਿਹੜੀ ਇਹ ਗੱਲ ਜਿਹੜੀ ਹੈ, ਇਸ ਕਿੰਤੂ ਨੂੰ ਵੀ ਮੁੱਖ ਰੱਖਿਆ ਗਿਆ ਹੈ ਕਿ ਅਸੀਂ ਆਮ ਦੋਸ਼ ਦਿੰਦੇ ਹਾਂ ਕਿ ਅੰਗਰੇਜ਼ ਸਾਮਰਾਜ ਜਾਂਦੇ ਹੋਏ ਦੇਸ਼ ਦੇ ਵਿੱਚ ਵੰਡ ਪਾ ਗਿਆ, ਹਿੰਦੁਸਤਾਨ ਨੂੰ 2 ਟੁਕੜਿਆਂ 'ਚ ਵੰਡ। ਔਰ ਉਹਦੇ ਪਿੱਛੇ ਕਿੰਨਾ ਕੁ ਸੱਚ ਹੈ, ਕਿ ਸੱਚਮੁੱਚ ਜਿਹੜਾ ਅੰਗਰੇਜ਼ਾਂ ਨੇ ਹਿੰਦੁਸਤਾਨ ਨੂੰ ਵੰਡਿਆ, ਜਾਂ ਉਹਨਾਂ ਦੀ ਕੋਈ ਖਾਸ ਮਜਬੂਰੀ ਸੀ, ਜਾਂ ਉਹਨਾਂ ਦਾ ਕੋਈ ਪੋਲੀਟੀਕਲ ਮੋਟਿਵ ਸੀਗਾ, ਜਾਂ ਇਹਦੇ ਪਿੱਛੇ ਕੋਈ ਹੋਰ ਗੱਲ ਸੀ। ਉਹਨਾਂ ਸਾਰੀਆਂ ਗੱਲਾਂ ਨੂੰ ਉਹ ਤੱਥਾਂ ਸਮੇਤ ਜਿਹੜਾ ਆ ਉਹ ਜ਼ਿਕਰ ਕੀਤਾ ਗਿਆ, ਇਹਦੇ ਵਿੱਚ ਦਰਜ ਕੀਤਾ ਗਿਆ ਇਸ ਕਿਤਾਬ ਦੇ ਵਿੱਚ। ਪੰਜਾਬ ਦੇ 3 ਹਿੱਸੇ ਹੋਣੇ ਸੀ, 2 ਹੋਏ ਹੈ, ਉਹ ਕਿਉਂ ਹੋਏ ਹੈ ਉਹਦੇ ਬਾਰੇ ਚ ਗੱਲ ਕੀਤੀ ਗਈ ਹੈ। ਔਰ ਜਿਹੜੀ ਬਾਘੇ ਤੇ ਅਟਾਰੀ ਦੇ ਦਰਮਿਆਨ ਜਿਹੜੀ ਆ ਬਾਉਂਡਰੀ ਜਿਹੜੀ ਹੈ, ਸਰਹੱਦ ਬਣੀ ਹੈ, ਉਹ ਸਰਹੱਦ ਜਿਹੜੀ ਹੈ ਉਹਦੇ ਕੀ ਕਾਰਨ ਸੀ, ਉਹ ਪਹਿਲਾਂ ਕਿੱਥੇ ਸੀ, ਕਿਹੜੀ ਜਗ੍ਹਾ ਟੁੱਟੀ ਹੋਈ ਜਾ ਕੇ ਜਿਹੜੀ ਉਹ ਬਾਘੇ ਤੇ ਅਟਾਰੀ ਦੇ ਦਰਮਿਆਨ ਚੱਲ ਗਈ, ਉਹਦਾ ਵੀ ਖੁਲਾਸਾ ਇਹਦੇ ਵਿੱਚ ਕੀਤਾ ਗਿਆ ਕਿ ਕਿਹੜੇ ਜਿਹੜੇ ਇਲਾਕੇ ਆ ਉਹ ਪਾਕਿਸਤਾਨ ਦੇ ਵਿੱਚ ਜਾਂਦੇ ਸੀ। ਮਹਾ ਪੰਜਾਬ ਦੀ ਗੱਲ ਚੱਲਦੀ ਸੀ, ਤੇ ਉਹ ਮਹਾ ਪੰਜਾਬ ਦੀ ਗੱਲ ਜਿਹੜੀ ਹੈ ਉਹ ਕਿਉਂ ਫੇਲ ਹੋਈ ਹੈ। ਪਾਕਿਸਤਾਨ ਨੂੰ ਰੱਦ ਕੀਤਾ ਜਾਂਦਾ ਸੀਗਾ, ਮਹਾ ਪੰਜਾਬ ਦੀ ਗੱਲ ਕੀਤੀ ਜਾਂਦੀ ਸੀ, ਉਹਦੇ ਬਾਰੇ ਚ। ਪਲੱਸ ਇਹਦੇ ਵਿੱਚ ਜਿਹੜਾ 9 ਨਵੰਬਰ ਤੋਂ ਲੈ ਕੇ ਜਿਸ ਦਿਨ ਉਦਘਾਟਨ ਹੋਇਆ, ਈਵਨ ਜਿਸ ਦਿਨ ਜਿਹੜਾ ਆ ਉਹ ਇਮਰਾਨ ਖਾਨ ਨੇ ਅਗਸਤ ਦੇ ਵਿੱਚ ਆਪਣੇ ਸਹੁੰ ਚੁੱਕ ਸਮਾਗਮ ਦੇ ਵਿੱਚ ਜਿਹੜਾ ਉਹ ਬਾਜਵੇ ਦੇ ਰਾਹੀਂ ਸੁਨੇਹਾ ਭੇਜਿਆ ਸਿੱਧੂ ਦੇ ਹੱਥ, ਉਹ ਤੋਂ ਲੈ ਕੇ ਜੋ ਇਹਦੇ ਉੱਤੇ ਸਿਆਸਤ ਭਗੀ ਹੈ ਆਪਣੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਜੋ ਮਤਲਬ ਜਿਹੜਾ ਮਿੱਟੀ ਉਡਾਈ ਗਈ ਹੈ, ਉਸ ਸਾਰੇ ਦਾ ਜਿਹੜਾ ਲੇਖਾ ਜੋਖਾ ਹੈ ਇਹਦੇ ਵਿੱਚ ਜਿਹੜਾ ਉਹ ਤੱਥਾਂ ਸਮੇਤ ਜਿਹੜਾ ਦਰਜ ਕਰ ਦਿੱਤਾ ਗਿਆ, ਤਾਂ ਕਿ ਸਮਝ ਰਹੇ ਇਤਿਹਾਸ ਦੇ ਵਿੱਚ ਜਦੋਂ ਵੀ ਗੱਲ ਚੱਲੂ ਤਾਂ ਜਿਨ੍ਹਾਂ ਨੇ ਮਤਲਬ ਜਿਹੜਾ ਚੰਗਾ ਕੀਤਾ, ਇਸ ਦਾ ਸਮਰਥਨ ਕੀਤਾ, ਉਹਨਾਂ ਨੂੰ ਸ਼ਾਬਾਸ਼ੀ ਮਿਲੂਗੀ, ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਨੂੰ ਲਾਹਨਤਾਂ ਪੈਣਗੀਆਂ। ਅੱਛਾ, ਚਲੋ ਇਹ ਤਾਂ ਬਹੁਤ ਅੱਛੀ ਗੱਲ ਤੁਸੀਂ ਬੁੱਕਸ ਲਿਖੀ ਆ। ਇੱਕ ਇਹਦਾ ਅਸੀਂ ਸਾਰੇ ਐਸਪੈਕਟਸ ਲਵਾਂਗੇ, ਚਾਹੇ 2 3 4 ਐਪੀਸੋਡ ਹੋ ਜਾਣ,
ਪਰ ਇੱਕ ਮੈਂ ਆਪਣੀ ਨੌਲੇਜ ਲਈ ਦਾ ਦਰਸ਼ਕਾਂ ਨੌਲੇਜ ਲਈ, ਤੁਸੀਂ ਕਿਉਂਕਿ ਰਿਸਰਚ ਬੇਸਡ ਬੁੱਕ ਹੈਗੀ ਆ, ਤੁਸੀਂ ਬਹੁਤ ਸਾਰਾ ਮਟੀਰੀਅਲ ਜਿਹੜਾ ਬ੍ਰਿਟਿਸ਼ ਮਿਊਜ਼ੀਅਮ ਵਿੱਚੋਂ ਲਿਆ, ਜਿੱਥੇ ਕਿ ਅਥੈਂਟੀਕੇਟਡ ਜਿਹੜਾ ਹਿਸਟੋਰੀਕਲ ਜਿਹੜਾ ਫੈਕਟਸ ਜਾਂ ਡਾਕੂਮੈਂਟਸ ਅਵੇਲੇਬਲ ਹੈ, ਕੀ ਹੈ ਤੁਹਾਡਾ ਰਿਸਰਚ ਦਾ ਬੇਸ, ਕਿੱਥੋਂ ਇਹ ਮਸਾਲਾ ਕਲੈਕਟ ਜਿਹੜਾ ਬੇਸ ਹੈ ਉਹ ਸਿਰਫ ਜਿਹੜਾ ਹੈ ਬ੍ਰਿਟਿਸ਼ ਲਾਇਬ੍ਰੇਰੀ ਹੀ ਨਹੀਂ ਹੈ, ਉਹਦੇ ਨਾਲ ਸੰਬੰਧਿਤ ਜਿਹੜੀਆਂ ਜਿਸ ਤਰ੍ਹਾਂ ਜਸਵੰਤ ਸਿੰਘਨਾ ਨੇ ਜਿਨਾਹ ਦੇ ਉੱਤੇ ਕਿਤਾਬ ਲਿਖੀ ਹੈ, ਔਰ ਇਸੇ ਤਰ੍ਹਾਂ ਹੋਰ ਪਾਕਿਸਤਾਨ ਦੇ ਰਾਈਟਰ ਹੈ, ਉਹਨਾਂ ਦੀਆਂ ਜਿਹੜੀਆਂ ਰਿਸਰਚ ਬੇਸਡ ਕਿਤਾਬਾਂ ਨੇ ਉਹਨਾਂ ਨੂੰ ਵੀ ਲਿਆ ਗਿਆ, ਪਲੱਸ ਜਿਹੜੀਆਂ ਪੁਰਾਣੀਆਂ ਅਖਬਾਰਾਂ 1946 ਤੋਂ ਪਹਿਲਾਂ ਦੀਆਂ, 1947 ਤੋਂ ਬਾਅਦ ਦੀਆਂ, ਉਹਨਾਂ ਨੂੰ ਹਵਾਲੇ ਦੇ ਤੌਰ ਤੇ ਵਰਤਿਆ ਗਿਆ। ਉਹਨਾਂ ਦੇ ਵਿੱਚੋਂ ਵੀ ਜਿਹੜਾ ਆ ਉਹ ਜਿਹੜੇ ਰੈਫਰੈਂਸ ਹੈ ਉਹ ਕੋਟ ਕੀਤੇ ਗਏ ਹੈ, ਔਰ ਜਿਹੜੀਆਂ ਇਹਨਾਂ ਦੀਆਂ ਸਟੇਟਮੈਂਟ ਸੀਗੀਆਂ, ਜਿਸ ਤਰ੍ਹਾਂ ਲਾਰਡ ਵੇਵਲ ਹੈ, ਉਹਨੇ 1940 ਦੇ ਵਿੱਚ 40-45 ਦੇ ਦਰਮਿਆਨ ਇੱਕ ਸਟੇਟਮੈਂਟ ਦਿੱਤੀ ਸੀ ਕਿ ਸਾਨੂੰ ਇਸ ਵੇਲੇ ਜਿਹੜਾ ਆ ਉਹ ਦੂਜੀ ਜੰਗ ਜਿੱਤਣ ਦੀ ਜਿਹੜੀ ਆ ਉਹ ਬਹੁਤ ਫਿਕਰ ਹੈ, ਪਰ ਇਹਦੇ ਨਾਲ ਸਾਨੂੰ ਇਹ ਵੀ ਜਿਹੜੀ ਫਿਕਰ ਹੈ ਕਿ ਅਸੀਂ ਹਿੰਦੁਸਤਾਨ ਨੂੰ ਜਿਹੜਾ ਆ ਇੱਕ ਸੁਤੰਤਰ ਜਿਹੜਾ ਆ ਦੇਸ਼ ਦੇ ਰੂਪ ਦੇ ਵਿੱਚ ਦੇਖਣਾ ਚਾਹੁੰਦੇ ਆ, ਅਣਵੰਡਿਆ ਹਿੰਦੁਸਤਾਨ। ਉਸਨੇ ਬਕਾਇਦਾ ਜਿਹੜੀਆਂ ਇਹ ਮਤਲਬ ਜਿਹੜੀਆਂ ਆਪਣੀ ਜਿਹੜੀ ਆ ਸਟੇਟਮੈਂਟ ਉਹਦੇ ਵਿੱਚ ਦਰਜ ਕੀਤਾ ਹੈ। ਚਲੋ ਇਹਦੇ ਦੁਖਦ ਪਹਿਲੂ ਵੀ ਬਹੁਤ ਹੈਗੇ ਆ, ਦੁਖਦ ਪਹਿਲੂ ਥੋੜੇ ਜਿਹੇ ਆਪਾਂ ਵੰਡ ਬਾਰੇ ਪਿਛਲਾ ਉਹ ਬਾਅਦ ਚ ਕਰ ਲੈਣਗੇ, ਪਹਿਲਾਂ ਸੁਖਦ ਪਹਿਲੂ ਕਰ ਦਿਆਂਗੇ। ਤੁਹਾਨੂੰ ਪਤਾ ਹੈਗਾ ਇਹ ਪਿਛਲੇ ਸਾਲ 9 ਨਵੰਬਰ ਤੋਂ ਕਰਤਾਰਪੁਰ ਕੋਰੀਡੋਰ ਖੁੱਲਿਆ, ਉਹ ਤੋਂ ਬੈਕਗਰਾਉਂਡ 'ਚ ਤੁਹਾਨੂੰ ਪਤਾ ਜਦੋਂ ਵਾਜਪਾਈ ਸਾਹਿਬ ਸੀ ਪ੍ਰਾਈਮ ਮਿਨਿਸਟਰ, ਤੇ ਉਸ ਵੇਲੇ ਤੋਂ ਕੋਸ਼ਿਸ਼ਾਂ ਸੀ, ਡਾਕਟਰ ਮਨਮੋਹਨ ਸਿੰਘ ਸੀ, ਉਦੋਂ ਕੋਸ਼ਿਸ਼ਾਂ ਚੱਲਦੀਆਂ, ਕੁਝ ਹੋਰ ਧਾਰਮਿਕ ਲੀਡਰ। ਇਹ ਕਿੱਥੋਂ ਕਰਤਾਰਪੁਰ ਕੋਰੀਡੋਰ ਕਿੱਥੋਂ ਕਰਨਾ ਸ਼ੁਰੂ ਕਰਨਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਆਪਣੀ ਜੋ ਰਿਸਰਚ? ਉਹਨਾਂ ਨੂੰ ਸਮ ਅਪ ਜ਼ਰੂਰ ਕੀਤਾ ਕਿ ਆਪਣੇ ਅਟਲ ਬਿਹਾਰੀ ਵਾਜਪਾਈ ਦਾ, ਡਾਕਟਰ ਮਨਮੋਹਨ ਸਿੰਘ ਦਾ, ਜਾਂ ਜੋ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ, ਜਾਂ ਉਸ ਵੇਲੇ ਜਿਹੜਾ ਉਹ ਕਰਤਾਰਪੁਰ ਦੇ ਸਾਹਮਣੇ ਜਿਹੜਾ ਡੇਰਾ ਬਾਬਾ ਨਾਨਕ ਹੈ, ਆਪਣੇ ਕੁਲਦੀਪ ਸਿੰਘ ਬਡਾਲਾ ਹੋਰੀ, ਹੋਰ ਜਥੇਬੰਦੀਆਂ ਹੈ, ਸਤਨਾਮ ਸਿੰਘ ਮਾਨਕ ਹੋਰੀ, ਇਹਨਾਂ ਨੇ ਵੀ ਉੱਥੇ ਜਾ ਕੇ ਕਾਫੀ ਨਈਅਰ ਦੀ ਅਗਵਾਈ ਦੇ ਵਿੱਚ ਜਾ ਕੇ ਕੁਲਦੀਪ ਨਈਅਰ ਵਗੈਰਾ ਸੀ, ਸਾਡੀ ਪੂਰੀ ਆਰਗੇਨਾਈਜੇਸ਼ਨ ਮਾਰਚ ਕਰਦੇ ਰਹੇ ਆ। ਉਹ ਸਾਰਾ ਸਮ ਅਪ ਇਹਦੇ ਵਿੱਚ ਕੀਤਾ ਜ਼ਰੂਰ ਹੈ, ਲੇਕਿਨ ਜਿਹੜੀ ਗੱਲ ਦੀ ਸ਼ੁਰੂਆਤ ਹੈ ਉਹ ਅਗਸਤ ਆਪਣੇ 2018 ਤੋਂ ਸ਼ੁਰੂ ਹੁੰਦੀ ਹੈ ਕਿ ਜਦੋਂ ਇਮਰਾਨ ਖਾਨ ਦਾ ਸਹੁੰ ਚੱਕ ਸਮਾਗਮ ਸੀਗਾ। ਜੋ ਘਟਨਾਕ੍ਰਮ ਹੋਇਆ ਉਹਦੇ ਬਾਰੇ ਚ ਬਹੁਤੀ ਜਾਣਕਾਰੀ ਸਾਡੇ, ਮੇਰਾ ਖਿਆਲ ਹੈ ਦਰਸ਼ਕਾਂ ਨੂੰ, ਸਾਡੇ ਪੰਜਾਬੀਆਂ ਨੂੰ ਨਹੀਂ ਹੈ। ਉਸ ਘਟਨਾਕ੍ਰਮ ਦੇ ਵਿੱਚ ਇੱਕ ਘਟਨਾ ਬਹੁਤ ਵੱਡੀ ਘਟਨਾ ਆ, ਜਿਹਦਾ ਹਜੇ ਤੱਕ ਕਿਸੇ ਨੂੰ ਪਤਾ ਨਹੀਂ ਹੈ। ਉਹ ਹੈ ਇਮਰਾਨ ਖਾਨ ਤੇ ਨਵਜੋਤ ਸਿੱਧੂ ਦੇ ਦਰਮਿਆਨ ਜਿਹੜੀ ਗੱਲਬਾਤ 1 ਘੰਟੇ ਦੀ ਹੋਈ ਹੈ ਲਾਹੌਰ ਦੇ ਵਿੱਚ। ਇਹ ਨਹੀਂ ਕਿਤੇ ਵੀ ਕੋਟ ਹੋਈ ਹੈ ਨਹੀਂ ਪਤਾ ਹੈ ਉਹ ਕਿੰਨੀ ਇਮੋਸ਼ਨਲ ਹੈ। ਉਹ ਜਦੋਂ ਕੋਈ ਪੜ੍ਹੋਗੇ, ਮੈਂ ਲਿਖਦਾ ਸੀ ਜਿੱਥੋਂ ਮੈਨੂੰ ਸੋਰਸ ਤੋਂ ਮੈਨੂੰ ਮਿਲੀ ਆ, ਉਹ ਮੇਰਾ ਆਪਣਾ ਸੋਰਸ ਹੈ, ਪੜ੍ਹਦਿਆਂ ਸੁਣਦਿਆਂ ਜਿਹੜਾ ਆ ਅੱਖਾਂ ਦੇ ਵਿੱਚੋਂ ਅੰਜੂ ਆਪਣੇ ਆਪ ਆ ਜਾਂਦੇ ਆ, ਇੰਨੀ ਭਾਵੁਕ ਸੀ ਉਹ। ਉਹਦੇ ਤੋਂ ਮੁਤੱਸਰ ਹੋ ਕੇ ਇਮਰਾਨ ਖਾਨ ਨੇ ਇਹ ਗੱਲ ਉੱਥੇ ਉਹਨੂੰ ਜੱਫੀ ਪਾ ਕੇ ਕਹੀ ਸਿੱਧੂ ਨੂੰ ਕਿ ਇਹ ਕੰਮ ਬੜਾ ਔਖਾ ਹੈ, ਇਹਨਾਂ ਦੋਹਾਂ ਦੇ ਵਿੱਚ ਕੀ ਕੁਝ ਚੱਲਦਾ ਆਪਾਂ ਨੂੰ ਪਤਾ ਹੈ। ਦੋਹਾਂ ਮੁਲਕਾਂ ਦੀ ਪੋਲਿਟਿਕਸ ਕਿਹੋ ਜਿਹੀ ਆ ਉਹ ਸਾਨੂੰ ਪਤਾ ਹੈ। ਪਰ ਇਹ ਕੰਮ ਜਿਹੜਾ ਔਖਾ ਆ, ਪਰ ਮੈਂ ਵਾਅਦਾ ਜ਼ਰੂਰ ਕਰਦਾ, ਮੈਂ ਪੂਰੀ ਟਿਲ ਲਾ ਦਊਂਗਾ, ਇਹ ਕੰਮ ਜ਼ਰੂਰ ਕਰੂੰਗਾ। ਉਸਨੇ ਉਹ ਕੰਮ ਜਿਹੜਾ ਕਰ ਲਿਆ, ਉਹ ਉੱਥੇ ਘਰ ਦੇ ਵਿੱਚ ਸੀਗੇ ਕਿਸੇ ਦੇ ਵਿੱਚ, ਉਹ ਸਾਰਾ ਉਹਦੇ ਵਿੱਚ ਵਰਣਨ ਕੀਤਾ ਗਿਆ, ਜ਼ਿਕਰ ਕੀਤਾ ਗਿਆ ਸਾਰਾ। ਉਹ ਜੋ ਵੀ ਇਹਨਾਂ ਦੀ ਵਾਰਤਾ ਹੋਈ ਆ ਉਹਨੂੰ ਅੱਖਰ ਅੱਖਰ ਦਰਜ ਕੀਤਾ ਗਿਆ ਇਹਦੇ ਵਿੱਚ। ਪੂਰਾ ਡਾਕੂਮੈਂਟਡ ਹੈ ਜੋ ਵੀ ਇਹਨਾਂ ਦੀ ਇਮਰਾਨ ਖਾਨ ਤੇ ਸਿੱਧੂ ਸਾਹਿਬ ਦੀ ਗੱਲਬਾਤ ਹੋਈ ਹੈ, ਦਰਜ ਕੀਤਾ ਗਿਆ ਜੀ ਇਹਦੇ ਵਿੱਚ। ਜੋ ਉਹਨਾਂ ਦੀ ਆਪਸ ਵਿੱਚ ਚਾਹ ਪੀਣ ਦੇ ਵੇਲੇ ਚ ਗੱਲਬਾਤ ਹੋਈ ਹੈ, ਉਸ ਤੋਂ ਬਾਅਦ ਫਿਰ ਉਹ ਕਮਿਟਮੈਂਟ ਕਰਦੇ ਆ, ਫਿਰ ਉਹ ਸਾਰਾ ਉਹਦੇ ਵਿੱਚ ਦਰਜ ਹੈ। ਅੱਛਾ, ਉਸ ਤੋਂ ਬਾਅਦ ਇਹ ਬਾਜਵੇ ਨੂੰ ਤਾਂ ਪਤਾ, ਕਿਉਂਕਿ ਉਹ ਸੈਨਾਪਤੀ ਹੈ, ਉੱਥੇ ਦਾ ਜਰਨੈਲ ਹੈ, ਤੇ ਉਹਨੂੰ ਤਾਂ ਸਾਰੀਆਂ ਗੱਲਾਂ ਪਤਾ। ਉੱਥੇ ਫੌਜ ਦਾ ਭਾਬੀ ਹੈਗਾ ਪਾਕਿਸਤਾਨ ਦੇ ਵਿੱਚ, ਇਹ ਵੀ ਆਪਾਂ ਨੂੰ ਪਤਾ ਹੈ। ਤੇ ਉਹ ਜਿਹੜੀ ਹੈ ਬਾਜਵੇ ਦੇ ਰਾਹੀਂ ਜਿਹੜੀ ਆ ਉਹਨੂੰ ਦੁਬਾਰਾ ਜਿਹੜੀ ਉਹ ਪਬਲਿਕ ਤੌਰ ਤੇ ਜਦੋਂ ਹੋਈ ਹੈ, ਉਸ ਵੇਲੇ ਜਿਹੜਾ ਹੈ ਉਹ ਗੱਲ ਜ਼ਿਆਦਾ ਵਿਗੜੀ ਹੈ। ਜਦੋਂ ਇਹ ਜਿਹੜੀ ਕੌਨਫੀਡੈਂਸ਼ੀਅਲ ਗੱਲਬਾਤ ਤੁਹਾਨੂੰ ਮੈਂ ਦੱਸੀ ਹੈ, ਇਹ ਕਰਕੇ ਮੀਡੀਆ ਦੇ ਵਿੱਚ ਨਹੀਂ ਆਈ, ਇਸ ਕਰਕੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ।
ਓ ਯੈਸ, ਆਮ ਤੌਰ ਤੇ ਜਿਹੜੀ ਤਾਂ ਢਿੱਲੋਂ ਸਾਹਿਬ ਇਹੋ ਸਮਝਦੇ ਆ ਵੀ ਇਹ ਜਦੋਂ ਸਿੱਧੂ ਸਾਹਿਬ ਗਏ ਜੱਫੀ ਪਾਈ, ਉਹਨਾਂ ਐਪੀਸੋਡ ਪਤਾ ਹੈਗਾ, ਉਦੋਂ ਇਹਨੇ ਕਿਹਾ ਵੀ ਦੇ ਦਿਓ ਜੀ, ਉਹਨਾਂ ਨੇ ਕਿਹਾ ਚੱਲ ਦੇ ਦਿੰਦੇ ਅਸੀਂ ਤੁਹਾਡਾ ਕੰਮ ਕਰ ਦਿੰਦੇ। ਆਮ ਤਾਂ ਮੀਡੀਆ ਵਿੱਚ ਇੰਨੀ ਕੀ ਗੱਲ ਆ, ਇਹਦੇ ਤੋਂ ਪਹਿਲਾਂ ਬੈਕਗ੍ਰਾਉਂਡ ਵੀ ਬਹੁਤ ਲੰਬੀ ਚੌੜੀ ਹੈ, ਮਤਲਬ ਤੁਸੀਂ ਲੰਬੀ ਹੈ ਬਿਲਕੁਲ। ਇਹਦੇ ਵਿੱਚ ਜਿਹੜਾ ਹੈ ਨਾ ਉਹ ਜਿਹੜੀ ਉਹ ਪਬਲਿਕ ਦੇ ਤੌਰ ਤੇ ਜਦੋਂ ਜੱਫੀ ਪਈ ਆ, ਸ਼ੇਕ ਹੈਂਡ ਹੋਇਆ, ਜਦੋਂ ਉਹਨੇ ਕਿਹਾ ਤੁਹਾਡਾ ਲਾਂਘਾ ਖੋਲ ਦੇਣਾ ਨਾ, ਹਾਂਜੀ ਉਹ ਮੀਡੀਆ ਦੇ ਕੈਮਰਿਆਂ ਦੇ ਵਿੱਚ ਆ ਗਈ ਗੱਲ। ਹਾਂਜੀ ਹਾਂਜੀ ਮੀਡੀਆ ਦੇ ਹਾਂਜੀ ਕੈਮਰੇ ਦੇ ਪਿੱਛੇ ਹੋਈ ਆ, ਉਹ ਗੱਲ ਦਾ ਪਤਾ ਨਹੀਂ ਬਹੁਤੇ ਲੋਕਾਂ ਨੂੰ ਕਿ ਇਹ ਕਮਿਟਮੈਂਟ ਹੋਈ ਕਿੱਥੋਂ। ਬਾਜਵੇ ਨੇ ਇਹ ਐਲਾਨ ਕੀਤਾ ਤਾਂ ਉਹਦਾ ਬੇਸ ਕੀ ਹੈ, ਔਰ ਉਹਦੇ ਪਿੱਛੇ ਜਿਹੜੀ ਕਮਿਟਮੈਂਟ ਹੈ ਇਮਰਾਨ ਖਾਨ ਦੀ। ਇਮਰਾਨ ਖਾਨ ਨੇ ਬਾਅਦ ਦੇ ਵਿੱਚ ਇਹ ਗੱਲ ਕਹੀ ਆ ਉਸ ਮੀਟਿੰਗ ਦੇ ਵਿੱਚ, ਇਹਨਾਂ ਦੀ ਕੌਨਫੀਡੈਂਸ਼ੀਅਲ ਮੀਟਿੰਗ ਸੀਗੀ, ਕਿ ਮੈਂ ਜਿਹੜੇ ਜਰਨੈਲ ਆ, ਆਪਣੇ ਜਿਹੜੇ ਮੰਤਰੀ ਆ, ਉਹਨਾਂ ਸਾਰਿਆਂ ਨਾਲ ਗੱਲ ਕਰਕੇ ਤੁਹਾਨੂੰ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਇਹਦਾ ਦੱਸੂਗਾ ਕਿ ਹੋ ਸਕਦਾ ਕਿ ਨਹੀਂ ਹੋ ਸਕਦਾ, ਪਰ ਮੈਂ ਬਾਹ ਪੂਰੀ ਲਾਉਂਗਾ। ਅੱਛਾ, ਇੱਕ ਦੋ ਗੱਲਾਂ ਮੈਂ ਹੋਰ ਆਪਣੀ ਨੌਲੇਜ ਲਈ ਜਾਂ ਦਰਸ਼ਕਾਂ ਵਾਸਤੇ ਪੁੱਛਣਾ ਚਾਹੁੰਦਾ ਹੈਗਾ। ਹਾਲਾਂਕਿ ਇਮਰਾਨ ਖਾਨ ਜੀ ਬੜੇ ਪਪੂਲਰ ਹੈਗੇ, ਟਿਲ ਡੇਟ ਵੀ ਬੜੇ ਪਪੂਲਰ ਲੀਡਰ ਹੈਗੇ ਆ, ਫਿਰ ਵੀ ਦੇਖੋ ਹਰ ਲੀਡਰ ਉਹਦੀ ਉੱਥੇ ਆਪੋਜੀਸ਼ਨ ਹੁੰਦੀ ਹੈਗੀ ਆ। ਕੁਝ ਹਾਰਡ ਲਾਈਨਰ ਵੀ ਹੈਗੇ ਆ, ਤੁਹਾਨੂੰ ਪਤਾ ਪਾਕਿਸਤਾਨ ਵਿੱਚ ਫੰਡਾਮੈਂਟਲਿਸਟ ਵੀ ਹੈਗੇ ਆ। ਉਹਨਾਂ ਦੇ ਕੰਟਰੀ ਵਿੱਚ ਜਦੋਂ ਇਹ ਕੀਤਾ ਉਦੋਂ ਅਪੋਜ਼ ਵੀ ਕੀਤਾ ਸੀ, ਕੁਛ ਇਹਦੇ ਬਾਰੇ ਵੀ ਲਿਖਿਆ ਹੈਗਾ ਕਿੰਨੀ ਕੁ ਆਪੋਜੀਸ਼ਨ ਉਹਨਾਂ ਦੀ ਹੋਈ ਸੀ। ਉੱਥੇ ਇੰਨੀ ਕੋਈ ਖਾਸ ਆਪੋਜੀਸ਼ਨ ਨਹੀਂ ਹੋਈ ਹੈ, ਇੱਕੋ ਹੀ ਜਥੇਬੰਦੀ ਹੈ, ਉਹ ਇੱਕੋ ਹੀ ਬੰਦਾ ਆ, ਉਹਦੇ ਮਗਰ ਕੋਈ ਬੰਦੇ ਨਹੀਂ ਹੈ। ਹਾਂ ਉਹ ਜ਼ਰੂਰ ਜਿਹੜਾ ਆਪੋਜੀਸ਼ਨ ਕਰਦਾ ਕਦੀ ਬੜੀ ਸਿਲੀ ਜਿਹੀ ਸਟੇਟਮੈਂਟ ਦਿੰਦਾ ਹੈਗਾ, ਉਹ ਬਸ ਵਨ ਮੈਨ ਸ਼ੋ ਹੀ ਲੱਗਦਾ ਹੈਗਾ ਮੈਨੂੰ। ਉਹ ਵਨ ਮੈਨ ਹੈ, ਉਹਦੇ ਮਗਰ ਕੋਈ ਮੈਜੋਰਿਟੀ ਨਹੀਂ, ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜੀ ਮੈਜੋਰਿਟੀ ਹੈ ਇਸ ਮੁੱਦੇ ਦੇ ਉੱਤੇ, ਬੇਸ਼ੱਕ ਉਹ ਵੱਖਰੇ ਧਰਮ ਵਾਲਾ ਮੁਲਕ ਹੈ, ਮੈਜੋਰਿਟੀ ਦੇ ਵਿੱਚ ਮੁਸਲਮਾਨ ਲੋਕਾਂ ਦਾ ਧਰਮ ਹੈ, ਉੱਥੇ ਜ਼ਿਆਦਾ ਮੁਸਲਮਾਨ ਮੰਨਦੇ ਹੈ, ਪਰ ਇਸ ਮਾਮਲੇ ਦੇ ਵਿੱਚ ਸਾਰੇ ਆਪੋਜੀਸ਼ਨ ਜਿਹੜੀ ਉੱਥੇ ਦੀ ਪਾਰਲੀਮੈਂਟ ਦੇ ਵਿੱਚ ਵੀ ਜਾਂ ਬਾਹਰ ਵੀ ਜਿਹੜੀ ਆਪੋਜੀਸ਼ਨ ਵੀ ਇਸ ਮਾਮਲੇ ਦੇ ਵਿੱਚ ਇਮਰਾਨ ਖਾਨ ਦੇ ਨਾਲ ਖੜੀ ਹੈ। ਅੱਛਾ, ਅੱਜ ਵੀ ਖੜੀ ਹੈ। ਔਰ ਵੱਡੀ ਗੱਲ ਇਹ ਹੈ ਕਿ ਜਿਹੜਾ ਮੁਲਕ ਭੁੱਖ ਦੇ ਨਾਲ ਘੁਲਦਾ ਹੈ, ਮਾਲੀ ਤੌਰ ਤੇ ਆਰਥਿਕ ਤੌਰ ਤੇ ਪੂਰੀ ਤਰ੍ਹਾਂ ਟੁੱਟਾ ਹੋਇਆ ਮੁਲਕ ਹੈ, ਹਾਂਜੀ, ਉਹ ਮੁਲਕ ਐਡਾ ਵੱਡਾ ਪ੍ਰੋਜੈਕਟ ਜਿਹੜਾ ਆ ਉਹ ਕਿਸੇ ਦੂਸਰੇ ਧਰਮ ਦੀ ਵਾਸਤੇ ਕਰ ਰਿਹਾ ਹੋਵੇ, ਇੱਕ ਛੋਟੀ ਜਿਹੀ ਗੱਲ। ਬਹੁਤ ਵਧੀਆ। ਅੱਛਾ, ਇੱਕ ਦੋ ਗੱਲਾਂ ਮੈਨੂੰ ਹੋਰ ਦੱਸੋ। ਇਹ ਸਿਰਫ ਦੋਸਤੀ ਨਾਤੇ ਖੋਲਿਆ ਗਿਆ ਕਿ ਇਹਦੇ ਵਿੱਚ ਪਾਕਿਸਤਾਨ ਸਰਕਾਰ ਨੇ ਜਾਂ ਉਹਨਾਂ ਦੇ ਮਿਨਿਸਟਰਾਂ ਨੇ ਜਾਂ ਇਮਰਾਨ ਖਾਨ ਨੇ ਜਾਂ ਜਿਹੜੇ ਇਕਨੋਮਿਕ ਐਡਵਾਈਜ਼ਰ ਉਹਨਾਂ ਨੇ ਕੋਈ ਇਕਨੋਮਿਕ ਆਸਪੈਕਟ ਵੀ ਦੇਖਿਆ ਹੋਣਾ ਜੀ, ਖੋਲ ਦਿਓ ਇਹਦੇ ਨਾਲ ਚੰਗੇ ਆਉਣਗੇ, ਕੁਛ ਇਕੋਨਮੀ ਵੀ ਬੈਟਰ ਹੋਏਗੀ, ਕੁਛ ਇਹਦੇ ਬਾਰੇ ਵੀ ਕੁਛ ਬੁੱਕ ਵਿੱਚ ਲਿਖਿਆ ਹੈਗਾ ਜਾਂ ਕੁਛ ਗੱਲਾਂ ਬਾਤਾਂ ਇਹਦੇ ਹੋਈਆਂ ਹੋਣ? ਇਹਦੇ ਜਿਹੜੇ ਹੈ ਇਹ ਕਈ ਪਹਿਲੂ ਹੈ ਜੀ। ਇੱਕ ਜਿਹੜਾ ਇਮਰਾਨ ਖਾਨ ਤੇ ਸਿੱਧੂ ਦੀ ਦੋਸਤੀ ਇੱਕ ਪਹਿਲੂ ਹੈ। ਹਾਂ, ਉਹ ਇੱਕ ਪਹਿਲੂ ਆ, ਬੜੀ ਵੱਡੀ ਉਹ ਮਤਲਬ ਜਿਹੜਾ ਇੱਕ ਲਿੰਕ ਹੈ, ਉਹ ਜਿਹੜਾ ਇੰਪੈਕਟਫੁਲ ਲਿੰਕ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਹੈ। ਹਾਂਜੀ। ਦੂਸਰਾ ਇਹਦੇ ਵਿੱਚ ਜਿਹੜਾ ਹੈ ਉਹ ਯੂਐਨਓ ਦਾ ਰੋਲ ਬਹੁਤ ਵੱਡਾ ਹੈ। ਅੱਛਾ, ਯੂਐਨਓ ਦਾ ਰੋਲ ਬਹੁਤ ਵੱਡਾ ਹੈਗਾ। ਐਂਟੋਨੀਓ ਗੁਤੇਰੇਸ ਦਾ ਜਿਹੜਾ ਰੋਲ ਆ ਉਹ ਐਂਟੋਨੀਓ ਗੁਤੇਰੇਸ ਜਿਹੜੇ ਯੂਐਨਓ ਦੇ ਸੈਕਟਰੀ ਜਨਰਲ ਹੈਗੇ, ਉਹ ਕਿਸ ਵੇਲੇ ਇਹਦੇ ਵਿੱਚ ਇਸ ਪ੍ਰੋਸੈਸ ਵਿੱਚ ਸ਼ਮੂਲੀਅਤ ਹੁੰਦੀ ਉਹਨਾਂ ਦੀ? ਮਤਲਬ ਉਹਦੀ ਸ਼ਮੂਲੀਅਤ ਹੁੰਦੀ ਹੈ ਅਗਸਤ ਦੇ ਵਿੱਚ, ਜਿਹੜਾ ਡੈਕਲੇਰੇਸ਼ਨ ਹੁੰਦਾ ਕਿ ਕੋਰੀਡੋਰ ਅਸੀਂ ਬਣਾਵਾਂਗੇ ਪਾਕਿਸਤਾਨ ਵੱਲੋਂ। ਅੱਛਾ। ਅਕਤੂਬਰ ਦੇ ਵਿੱਚ ਜਿਹੜਾ ਆ ਉਹ ਅੰਮ੍ਰਿਤਸਰ ਆਉਂਦਾ ਐਂਟੋਨੀਓ ਗੁਤੇਰੇਸ ਗੋਲਡਨ ਟੈਂਪਲ। ਹਾਂਜੀ ਹਾਂਜੀ। ਉੱਥੇ ਮੰਗ ਪੱਤਰ ਦਿੱਤਾ ਜਾਂਦਾ ਸ਼੍ਰੋਮਣੀ ਜਿਹੜੀ ਕਮੇਟੀ ਆ ਉੱਥੇ ਦੀ ਪ੍ਰਬੰਧਕ ਕਮੇਟੀ ਗੁਰਦੁਆਰਾ ਦੀ, ਉਹਨਾਂ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਜਾਂਦਾ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਦੇ ਵਿੱਚ। ਉਸ ਮੰਗ ਪੱਤਰ ਤੇ ਸਾਰੀ ਗੱਲ ਦੱਸੀ ਜਾਂਦੀ ਆ, ਉਹਨੂੰ ਵਰਬਲੀ ਵੀ ਦੱਸੀ ਜਾਂਦੀ ਆ ਔਰ ਲਿਖ ਕੇ ਵੀ ਦੱਸੀ ਜਾਂਦੀ ਹੈ ਕਿ ਸਾਡੀ ਆਹ ਬਹੁਤ ਵੱਡੀ ਪ੍ਰੋਬਲਮ ਆ ਸਿੱਖਾਂ ਦੀ, ਸਾਡੀ ਆਹ ਪ੍ਰੋਬਲਮ ਹੱਲ ਕਰੋ। ਤੇ ਅਸੀਂ ਰੋਜ਼ ਅਰਦਾਸਾਂ ਕਰਦੇ ਹਾਂ ਪਿਛਲੇ 72 ਸਾਲ ਤੋਂ 70 ਸਾਲ ਤੋਂ ਜੋ ਵੀ, ਕਿ ਇਹ ਸਾਡੀ ਹੱਲ ਕਰੋ। ਉੱਥੇ ਉਸਨੇ ਭਰੋਸਾ ਦਿੱਤਾ ਕਿ ਇਹ ਮੈਂ ਕਰੂੰਗਾ। ਅੱਛਾ ਅੱਛਾ। ਉਹਨੇ ਫਿਰ ਜਿਹੜਾ ਆ ਇਹਨਾਂ ਨਾਲ ਕਾਨਫਰੰਸ ਕੀਤੀ ਦੋਹਾਂ ਮੁਲਕਾਂ ਦੇ ਜਿਹੜੇ ਆ ਹੋਮ ਡਿਪਾਰਟਮੈਂਟ ਹੈ, ਹੋਮ ਵਿਭਾਗ ਹੈ, ਇਹਨਾਂ ਦੋਹਾਂ ਨਾਲ ਕਾਨਫਰੰਸ ਕੀਤੀ, ਭਾਰਤ ਦੇ ਨਾਲ ਤੇ ਪਾਕਿਸਤਾਨ ਦੇ ਨਾਲ। ਹਾਂਜੀ ਹਾਂਜੀ। ਪਾਕਿਸਤਾਨ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਤਾਂ ਬਣਾਉਣ ਨੂੰ ਤਿਆਰ ਆ, ਅਸੀਂ ਤਾਂ ਬਾਰ-ਬਾਰ ਐਲਾਨ ਕਰਦੇ ਹਾਂ, ਲੇਕਿਨ ਸਾਨੂੰ ਰਿਸਪੌਂਸ ਕੋਈ ਨਹੀਂ ਮਿਲ ਰਿਹਾ ਹੈਗਾ, ਸਾਨੂੰ ਕੋਈ ਰਿਸਪੌਂਸ ਪੋਜ਼ਿਟਿਵ ਮਿਲਦਾ ਹੀ ਨਹੀਂ ਹੈ। ਅੱਛਾ, ਇਹ ਜਿਹੜਾ ਯੂਐਨ ਸੈਕਟਰੀ ਜਨਰਲ ਨੂੰ ਪਾਕਿਸਤਾਨ ਨੇ ਕਿਹਾ ਹੈਗਾ, ਉਹਨਾਂ ਨੇ ਪ੍ਰੋਪਰ ਜਿਹੜਾ ਇਹਨੂੰ ਪੁੱਟ ਅਪ ਕੀਤਾ ਨਾ ਮੈਟਰ ਨੂੰ,
ਅੱਛਾ ਅੱਛਾ, ਮੈਟਰ ਨੂੰ ਪਾਕਿਸਤਾਨ ਨੇ ਇਹ ਜਵਾਬ ਦਿੱਤਾ ਕਿ ਅਸੀਂ ਤਾਂ ਤਿਆਰ ਹਾਂ ਬਣਾਉਣ ਨੂੰ, ਪਰ ਸਾਨੂੰ ਕੋਈ ਰਿਸਪੌਂਸ ਨਹੀਂ ਭਾਰਤ ਸਰਕਾਰ ਕੋਲੋਂ ਮਿਲਦਾ। ਉਹਨਾਂ ਦੀ ਨੀਤ ਅੱਛਾ। ਨਹੀਂ ਹੈ ਜੀ ਬਣਾਉਣ ਦੀ। ਅੱਛਾ, ਫਿਰ ਉਹਨਾਂ ਨੇ ਭਾਰਤ ਸਰਕਾਰ ਦੇ ਨਾਲ ਗੱਲ ਕੀਤੀ ਤੇ ਇਹਨਾਂ ਨੇ ਕਿਹਾ ਵੀ ਇਹ ਸਾਡੇ ਇੱਥੇ ਮਾਹੌਲ ਨਹੀਂ ਹੈ ਕਿ ਅਸੀਂ ਇਦਾਂ ਦਾ ਕੋਈ ਕੋਰੀਡੋਰ ਬਣਾ ਸਕੀਏ, ਸਾਨੂੰ ਉੱਥੇ ਸੇਫਟੀ ਨਹੀਂ ਦੀਦੀ ਹੈ, ਸਾਡੇ ਵਾਸਤੇ ਖਤਰਾ ਆ ਉੱਥੇ, ਮਤਲਬ ਜਿਹੜਾ ਹੈ ਆਤੰਕਵਾਦ ਹੈ ਜਾਂ ਟੈਰਰਿਜ਼ਮ ਹੈ, ਜੇ ਉਹ ਸਾਰੀਆਂ ਗੱਲਾਂ ਉਹਨਾਂ ਨੇ ਦੱਸੀਆਂ। ਫਿਰ ਜਿਹੜਾ ਐਂਟੋਨੀਓ ਗੁਤੇਰੇਸ ਹੈ ਉਸਨੇ ਫਿਰ ਡਾਇਰੈਕਸ਼ਨ ਦਿੱਤੀ ਇਮਰਾਨ ਖਾਨ ਨੂੰ ਕਿ ਤੁਸੀਂ ਆਪਣੇ ਪਾਸੇ ਬਣਾ ਦਿਓ, ਬਾਕੀ ਜਿਹੜਾ ਭਾਰਤ ਦੇ ਪਾਸੇ ਆ ਉਹਦੇ ਬਾਰੇ ਚ ਅਸੀਂ ਫਿਰ ਯੂਐਨਓ ਵੱਲੋਂ ਆਪਣੇ ਤੌਰ ਤੇ ਜਿਹੜਾ ਉਹਨੂੰ ਡੀਲ ਕਰਾਂਗੇ ਵੀ ਕਿੱਦਾਂ ਬਣਾਉਂਦੇ ਆ ਕਿੱਦਾਂ ਨਹੀਂ ਬਣਾਉਂਦੇ, ਉਹਨਾਂ ਨੂੰ ਅਸੀਂ ਪੁੱਛਾਂਗੇ, ਤੁਸੀਂ ਆਪਣੇ ਵੱਲੋਂ ਸ਼ੁਰੂ ਕਰੋ ਇੱਕ ਤਰਫਾ। ਅੱਛਾ ਅੱਛਾ ਫਿਰ ਜਿਹੜਾ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਆਪਣੇ ਤੌਰ ਤੇ ਬਣਾਵਾਂਗੇ, ਚਾਹੇ ਭਾਰਤ ਲਾਂਘਾ ਖੋਲੇ ਜਾਂ ਨਾ ਖੋਲੇ, ਅਸੀਂ ਜਿਹੜਾ ਆ ਉਹ ਡੇਰਾ ਬਾਬਾ ਨਾਨਕ ਦੀ ਸਰਹੱਦ ਤੱਕ ਜਿਹੜਾ ਉਹ ਲਾਂਘੇ ਦੇ ਨਾਲ ਸੰਬੰਧਿਤ ਜੋ ਵੀ ਫਾਰਮੈਲਿਟੀ ਹੈ, ਜੋ ਵੀ ਕੰਸਟਰਕਸ਼ਨ ਵਰਕ ਹੈਗਾ, ਇੰਫਰਾਸਟ੍ਰਕਚਰ ਹੈਗਾ, ਉਹ ਤਿਆਰ ਕਰ ਦੇਣਾ, ਤੁਸੀਂ ਖੋਲੋ, ਇਹ ਭਾਰਤ ਖੋਲੇ ਜਾਂ ਨਾ ਖੋਲੇ। ਉਸ ਤੋਂ ਬਾਅਦ ਹਿੰਦੁਸਤਾਨ ਭਾਰਤ ਦੀ ਗਵਰਨਮੈਂਟ ਨੂੰ ਰਾਤੋਂ ਰਾਤ ਆਪਣੇ ਸਾਰੇ ਫੈਸਲੇ ਚੇਂਜ ਕਰਨੇ ਪਏ। ਆਪਾਂ ਨੂੰ ਪਤਾ ਹੈ ਨਹੀਂ, ਇਹ ਦੂਰਬੀਨਾਂ ਲਾ ਕੇ ਇਹ ਤੁਹਾਡੀਆਂ ਗੱਲਾਂ ਦੀ ਪੁਸ਼ਟੀ ਇਸ ਕਰਕੇ ਵੀ ਹੁੰਦੀ ਹੈਗੀ ਆ, ਇਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬਕਾਇਦਾ ਸਟੇਟਮੈਂਟ ਆਈ ਸੀ ਵੀ ਭਾਰਤ ਖੋਲੇ ਚਾਹੇ ਨਾ ਖੋਲੇ, ਅਸੀਂ ਆਪਣੀ ਸਾਈਡ ਵਾਲਾ ਇਹ ਜਿਹੜਾ ਰਸਤਾ ਜਾਂ ਕੋਰੀਡੋਰ ਬਣਾ ਦੇਣਾ ਹੈਗਾ। ਇਹ ਪਬਲਿਕ ਉਹਨਾਂ ਦੀ ਸਟੇਟਮੈਂਟ ਸੀਗੀ। ਉਹ ਜਿਹੜੀ ਸਟੇਟਮੈਂਟ ਆਈ ਹੈ ਜੀ, ਉਹ ਐਂਟੋਨੀਓ ਗੁਤੇਰੇਸ ਜਿਹੜਾ ਜਨਰਲ ਸਕੱਤਰ ਹੈ ਯੂਐਨਓ ਦਾ, ਉਸ ਦੀ ਡਾਇਰੈਕਸ਼ਨ ਤੋਂ ਹਾਂਜੀ, ਉਸ ਦੀ ਡਾਇਰੈਕਸ਼ਨ ਤੋਂ ਬਾਅਦ ਆਈ ਹੈ। ਉਸ ਤੋਂ ਬਾਅਦ ਉੱਥੇ ਦੇ ਗ੍ਰਹਿ ਮੰਤਰੀ ਜਿਹੜਾ ਮਹਿਮੂਦ ਕੁਰੈਸ਼ੀ ਹੈ ਜਾਂ ਦੂਸਰਾ ਮੀਡੀਆ ਵਾਲਾ, ਉਹ ਉਹਨਾਂ ਨੇ ਵੀ ਸਟੇਟਮੈਂਟਾਂ ਦਿੱਤੀਆਂ ਕਿ ਅਸੀਂ ਆਪਣੇ ਤੌਰ ਤੇ ਜਿਹੜਾ ਇਹ ਪ੍ਰੋਜੈਕਟ ਬਣਾਵਾਂਗੇ। ਇਹਨਾਂ ਨੇ ਫਿਰ ਜਿਹੜਾ ਆ ਉਹ ਇਧਰ ਭਾਰਤ ਦੇ ਵਿੱਚ ਜਿਹੜਾ ਉਹ 4 ਦੂਰਬੀਨਾਂ ਲਾਉਣ ਦੀ ਗੱਲ ਨਿਬੇੜ ਰਹੇ ਸੀਗੇ। ਹਾਂਜੀ ਹਾਂਜੀ, ਚਲੋ ਇੱਕ ਜਾਣ ਤੋਂ ਪਹਿਲਾਂ ਉਹ ਤੋਂ ਬਾਅਦ ਅਨਫੋਰਚੂਨੇਟਲੀ ਵਾਮਾ ਹੋ ਜਾਂਦਾ, ਤੁਹਾਨੂੰ ਪਤਾ, ਫਿਰ ਉਹ 370 ਕਰਕੇ ਵੀ ਉਹ ਜਿਹੜੇ ਹੁੰਦੇ ਹੈਗੇ ਆ ਕੋਰੀਡੋਰ ਫਿਰ ਵੀ ਚੱਲਦਾ ਰਿਹਾ ਹੈਗਾ, ਉਹ ਵਾਲਾ ਪੋਰਸ਼ਨ ਵੀ ਕਿਉਂਕਿ ਇਹਦੇ ਇਮਰਾਨ ਖਾਨ ਦੀ ਕਮਿਟਮੈਂਟ ਹੋ ਚੁੱਕੀ ਸੀ, ਇਸ ਕਰਕੇ ਉਹ ਉਹਨਾਂ ਨੇ ਕੰਟੀਨਿਊ ਰੱਖਿਆ ਹੈਗਾ, ਮਤਲਬ ਉਹ ਵਾਲਾ ਪੋਰਸ਼ਨ ਵੀ ਲਿਖਿਆ ਕੁਝ ਕਿਤਾਬ ਵਿੱਚ। ਬਿਲਕੁਲ ਜੀ, ਉਹ ਵੀ ਹੈ ਇਹਦੇ ਵਿੱਚ। 370 ਤੋਂ ਬਾਅਦ ਜੋ ਕਸ਼ਮੀਰ ਦੇ ਵਿੱਚ ਹਾਲਾਤ ਪੈਦਾ ਹੋਏ, ਉਸ ਤੋਂ ਬਾਅਦ ਜੋ ਇਹਨਾਂ ਦੀ ਸਟੇਟਮੈਂਟਾਂ ਹੋਈਆਂ, ਇਮਰਾਨ ਖਾਨ ਨੇ ਜੋ ਬਿਆਨ ਦਿੱਤੇ ਹੈ ਕਿ ਇਹ ਜਿਹੜਾ ਆ ਮਸਲਾ ਆ, ਇਹ 300 ਜਿਹੜੀ ਜੰਮੂ ਕਸ਼ਮੀਰ ਵਾਲਾ ਮਸਲਾ ਆ ਉਹਦੇ ਨਾਲ ਸੰਬੰਧਿਤ ਨਹੀਂ, ਇਹ ਬਿਲਕੁਲ ਵੱਖਰਾ ਮਸਲਾ ਹੈ। ਇਹ ਲਾਂਘਾ ਬੰਦ ਨਹੀਂ ਹੋਊਗਾ, ਇਹ ਲਾਂਘਾ ਇਸੇ ਤਰ੍ਹਾਂ ਚੱਲਦਾ ਰਹੂਗਾ, ਇਸ ਮੈਟਰ ਨੂੰ, ਇਸ ਮੁੱਦੇ ਨੂੰ ਜਿਹੜਾ ਆ ਉਹਦੇ ਨਾਲ ਅਸੀਂ ਨਹੀਂ ਜੋੜਾਂਗੇ। ਇਹ ਇਮਰਾਨ ਖਾਨ ਦੀਆਂ ਸਟੇਟਮੈਂਟਾਂ ਹੈ। ਇਸ ਤੋਂ ਬਾਅਦ ਜੋ ਕੁਝ ਵੀ ਹੋਇਆ ਉਹ ਸਾਰਾ ਕੁਝ ਇਹਦੇ ਵਿੱਚ ਸਮਅਪ ਕੀਤਾ ਗਿਆ ਜੀ। ਜੇ ਮੰਨ ਲਓ ਯੂਐਨ ਦੇ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ ਇੰਟਰਵੀਨ ਨਾ ਕਰਦੇ, ਫਿਰ ਬੇਸ਼ੱਕ ਸਿੱਧੂ ਸਾਹਿਬ ਵੀ ਜਾਂਦੇ ਹੈਗੇ, ਦੋਸਤੀ ਵੀ ਸੀ ਤੇ ਕੋਰੀਡੋਰ ਮੇਰੇ ਖਿਆਲ ਨਹੀਂ ਖੁੱਲਣਾ ਸੀ, ਮੁਸ਼ਕਲ ਸੀ। ਇਹ ਜਿਹੜੀ ਵਾਰਤਾਲਾਪ ਇਹਨਾਂ ਦੀ ਆਪਸ ਵਿੱਚ ਹੋਈ ਹੈ, ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਿ ਗੁਪਤ ਵਾਰਤਾਲਾਪ ਹੈ ਉਹ, ਹਾਂਜੀ ਹਾਂਜੀ, ਉਹਦੇ ਵਿੱਚ ਇਹ ਪੁਆਇੰਟ ਜਿਹੜੇ ਆ ਉਹਨਾਂ ਨੇ ਡਿਸਕਸ ਕੀਤੇ ਆ ਕਿ ਆਪਾਂ ਇਹਨੂੰ ਇਸ ਤਰ੍ਹਾਂ ਕਰਦੇ ਆ, ਯੂਐਨਓ ਕੋ ਜਾਂਦੇ ਆ ਜਾਂ ਇਸ ਤਰ੍ਹਾਂ ਕਰਦੇ ਆ, ਮੈਂ ਆਪਣੀ ਟਿਲ ਪੂਰੀ ਲਾਉਂਗਾ, ਮੈਂ ਓਨੈਸਟਲੀ ਜਿਹੜਾ ਆ ਜੇ ਮਤਲਬ ਅੰਗਰੇਜ਼ੀ ਦੀ ਫਰੇਜ਼ ਆ, ਦੇਅਰ ਇਜ਼ ਅ ਵਿਲ ਦੇਅਰ ਇਜ਼ ਅ ਵੇ, ਜੇ ਕੋਈ ਮਨਸ਼ਾ ਕੀ ਕਰਨ ਦੀ ਤੇ ਰਸਤੇ ਵੀ ਲੱਭ ਲੈਂਦੇ ਹੈਗੇ, ਉਹ ਗੱਲ ਹੋਈ ਹੈ। ਸੋ ਇਹ ਬੜਾ ਮਤਲਬ ਉਹਨਾਂ ਨੇ, ਮੈਂ ਸਮਝੂੰਗਾ ਕਿ ਠੀਕ ਹੈ, ਆਪੋ ਆਪਣੇ ਮੁਲਕ ਦੇ ਵਿੱਚ ਆਪੋ ਆਪਣਾ ਭਲਾ ਹਰਕ ਆਪਾਂ ਸਮਝਦੇ ਹਾਂ। ਸਾਡੇ ਆਪਣੇ ਭਾਰਤ ਸਰਕਾਰ ਵੀ ਜਿਹੜਾ ਆ ਮੁਲਕ ਦੇ ਵਾਸਤੇ ਸੁਰੱਖਿਆ ਚਾਹੁੰਦੀ ਹੈ, ਪਾਕਿਸਤਾਨ ਦੇ ਵਿੱਚ ਵੀ ਇਹੀ ਚੱਲਦਾ ਆ। ਤੀਸਰਾ ਜਿਹੜਾ ਪੁਆਇੰਟ ਜਿਹੜਾ ਮੈਂ ਇਹਦੇ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਆ, ਉਹ ਹੈਗਾ ਆਰਥਿਕਤਾ। ਹਾਂਜੀ, ਇਸ ਲਾਂਘਾ ਖੁੱਲਣ ਦੇ ਨਾਲ ਦੋਹਾਂ ਮੁਲਕਾਂ ਦੇ ਤਲਖ ਰਿਲੇਸ਼ਨ ਜਿਹੜੇ ਆ ਉਹਨਾਂ ਦੇ ਵਿੱਚ ਜਿਹੜਾ ਆ ਅਮਨ ਤੇ ਸ਼ਾਂਤੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਜਿਹਦੇ ਵਧਣ ਦੇ ਨਾਲ ਸੈਰ ਸਪਾਟਾ ਜਿਹੜੀ ਸਨਅਤ ਹੈ ਉਹਨੂੰ ਫਾਇਦਾ ਹੁੰਦਾ। ਉਹ ਫਾਇਦਾ ਜਿਹੜਾ ਪਾਕਿਸਤਾਨ ਨੂੰ ਵੱਧ ਹੁੰਦਾ ਹੈ। ਅੱਛਾ ਅੱਛਾ, ਉਹ ਪਾਕਿਸਤਾਨ ਨੂੰ ਵੱਧ ਹੁੰਦਾ ਕਿਉਂਕਿ ਉੱਥੇ ਦਾ ਜਿਹੜਾ ਆ ਉਦਯੋਗ ਜਿਹੜਾ ਹੈ, ਸੈਰ ਸਪਾਟਾ ਉਦਯੋਗ ਹੈ, ਰੈਸਟੋਰੈਂਟ ਹੈ, ਹੋਟਲ ਹੈ, ਟੈਕਸੀ ਹੈ ਜਾਂ ਇਸ ਤਰ੍ਹਾਂ ਦੇ ਰੈਸਟੋਰੈਂਟ ਵਗੈਰਾ ਹੈਗੇ ਆ। ਲੋਕਾਂ ਦੀ ਜਿਹੜੀ ਬਾਹਰਲੇ ਲੋਕਾਂ ਦੀ ਵਿਜ਼ਿਟ ਹੈ ਉਹਦਾ ਫਰਕ ਬਹੁਤ ਪੈਂਦਾ ਹੈ ਔਰ ਆਰਥਿਕ ਤੌਰ ਤੇ ਜਿਹੜਾ ਉਹ ਪਾਕਿਸਤਾਨ ਨੂੰ ਫਾਇਦਾ ਹੁੰਦਾ। ਇਹਦੇ ਨਾਲ ਹਿੰਦੁਸਤਾਨ ਨੂੰ ਵੀ ਫਾਇਦਾ ਹੁੰਦਾ ਕਿਉਂਕਿ ਹਿੰਦੁਸਤਾਨ, ਭਾਰਤ ਜਿਹਨੂੰ ਆਪਾਂ ਕਹਿੰਦੇ ਆ ਕਿ ਹਿੰਦੁਸਤਾਨ ਤਾਂ 47 ਤੋਂ ਪਹਿਲਾਂ ਸੀਗਾ, ਕਈ ਵਾਰ ਹਿੰਦੁਸਤਾਨ ਕਹਿ ਦਿੰਦੇ ਆ, ਹੁਣ ਤਾਂ ਭਾਰਤ ਹੈ। ਭਾਰਤ ਦੇ ਵਿੱਚ ਜਦੋਂ ਵਿਜ਼ਿਟਰ ਆਉਂਦੇ ਆ, ਨੇਚਰਲੀ ਉਹ ਕਰਤਾਰਪੁਰ ਤੇ ਜਾਣਗੇ ਜਿਹੜੇ ਬਾਹਰੋਂ ਵਿਦੇਸ਼ਾਂ ਤੋਂ ਆਉਂਦੇ ਆ।
ਹਾਂਜੀ ਇਹਨਾਂ ਹਾਂਜੀ ਹਾਂਜੀ ਹੈ ਜੀ, ਤੇ ਹਾਂਜੀ ਉਹਦੇ ਹਾਂਜੀ ਨਾਲ ਜਿਹੜਾ ਇਹਨਾਂ ਨੂੰ ਵੀ ਫਰਕ ਪਊਗਾ, ਇਹਨਾਂ ਦੀ ਆਰਥਿਕਤਾ ਜਿਹੜੀ ਭਾਰਤ ਦੀ ਉਹਨੂੰ ਵੀ ਫਰਕ ਪੈਣਾ। ਵੱਡੀ ਚੀਜ਼ ਹੈ ਕਿ ਵਪਾਰ ਜਿਹੜਾ ਆ ਦੋਹਾਂ ਦੇਸ਼ਾਂ ਦਾ ਜਿਹੜਾ ਆ ਅਗਰ ਸ਼ੁਰੂ ਹੋ ਜਾਂਦਾ ਤਾਂ ਮੇਰੇ ਖਿਆਲ ਦੇ ਵਿੱਚ ਜਿਹੜੀ ਹੈ ਇਹ ਵਰਲਡ ਦੀ ਇੱਕ ਵੱਡੀ ਮੰਡੀ ਬਣ ਜਾਂਦੀ ਹੈ। ਆਰਥਿਕ ਪੱਖੋਂ ਦੋਵੇਂ ਦੇਸ਼ ਮਜ਼ਬੂਤ ਹੁੰਦੇ ਆ। ਸੋ ਇਹ ਸਾਰਾ ਹਾਂਜੀ, ਜਿਹੜਾ ਬਿਊਰਾ ਜਿਹੜਾ ਵੱਖਰੇ ਚੈਪਟਰਾਂ ਦੇ ਵਿੱਚ ਦਰਜ ਹੈ, ਆਰਥਿਕ ਪੱਖੋਂ ਕੀ ਲਾਭ ਹੋਊਗਾ ਜਾਂ ਅੱਛਾ ਇਹਦਾ ਇੰਟਰਨੈਸ਼ਨਲ ਕਮੰਤਰੀ ਕੀ ਪ੍ਰਭਾਵ ਹੋ ਸਕਦਾ ਹੈ, ਕੀ ਇਹਦੇ ਸਿੱਟੇ ਨਿਕਲਣਗੇ, ਇਹ ਲਾਂਘਾ ਜਿਹੜਾ ਹੈ ਕਿੰਨਾ ਕੁ ਸਾਰਥਕ ਹੈ ਤੇ ਕਿੰਨਾ ਕਿਹਦੀਆਂ ਜਿਹੜੀਆਂ ਉਹ ਹੋਰ ਮਤਲਬ ਜਿਹੜੀਆਂ ਉਲਝਣਾਂ ਵੀ ਪੈਦਾ ਹੋ ਸਕਦੀਆਂ, ਇਹਨਾਂ ਸਾਰਿਆਂ ਦਾ ਵੇਰਵਾ ਇਸ ਪੁਸਤਕ ਦੇ ਵਿੱਚ ਜਿਹੜਾ ਆ ਉਹ ਚੈਪਟਰ ਬਾਈ ਚੈਪਟਰ ਜਿਹੜਾ ਆ ਉਹ ਦਰਜ ਹੈ। ਕੋਈ 33 ਚੈਪਟਰ ਦੀ ਕਿਤਾਬ ਹੈ ਇਹ। ਚਲੋ, ਬਹੁਤ ਅੱਜ ਵਾਲੇ ਐਪੀਸੋਡ 'ਚ ਫਿਰ ਹਾਲ ਇੰਨਾ ਹੀ ਕਰਦੇ ਆ। ਫਿਰ ਅਗਲੇ ਐਪੀਸੋਡ 'ਚ ਪੋਲਿਟਿਕਸ ਕਿਹੜੀ ਹੋਈ, ਫਿਰ ਹੌਲੀ ਹੌਲੀ ਇਹ ਜਿਹੜਾ 1947 ਦੀ ਵੰਡ ਤੇ ਵੀ ਆਏ। ਤੁਸੀਂ ਸਾਡੇ ਨਾਲ ਆਨਲਾਈਨ ਜੁੜੇ ਹੈਗੇ, ਬਹੁਤ ਬਹੁਤ ਮਿਹਰਬਾਨੀ। ਮੇਰਾ ਖਿਆਲ ਇਸ ਕਿਤਾਬ ਵਿੱਚ ਜੋ ਤੁਸੀਂ ਫੈਕਟਸ ਲਿਖੇ ਆ ਵਾਕਿਆ ਹੀ ਕਾਫੀ ਨਵੇਂ ਹੈਗੇ ਆ, ਪੜ੍ਹਨ ਦਾ ਮਜ਼ਾ ਆਵੇਗਾ। ਇਹ ਸੱਚ ਕਿੱਥੋਂ ਦੀ ਕੰਪਨੀ ਆ? ਕੋਈ ਇੰਗਲੈਂਡ ਦੀ ਕੰਪਨੀ ਹੈ ਕਿ ਇੰਡੀਆ ਦੀ, ਨਹੀਂ, ਸਾਡੇ ਜਲੰਧਰ ਦੀ? ਇਹ ਕਿਤਾਬ ਜਿਹੜੀ ਪਬਲਿਸ਼ ਕੀਤੀ ਗਈ ਹੈ ਗੁਰਮੁਖੀ ਦੇ ਵਿੱਚ ਹੈ, ਹਲਦੀ ਘੜੀ। ਇਹ ਪਟਿਆਲੇ ਤੋਂ ਸਾਹਿਬਦੀਪ ਪ੍ਰਕਾਸ਼ਨ ਹੈ, ਉਹਨਾਂ ਨੇ ਇਹ ਮਾਰਕੀਟ ਜਿਹੜੀ ਪਬਲਿਸ਼ ਕੀਤੀ ਹੈ। ਤੇ ਮਾਰਕੀਟ ਜਿਹੜੀ ਸਰਕਟ ਵਿੱਚ ਇੱਥੇ ਅਵੇਲੇਬਲ ਹੋਏਗੀ ਨਾ, ਪੰਜਾਬ ਵਿੱਚ ਅਵੇਲੇਬਲ ਹੋਏਗੀ? ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੀ ਆ ਉਹ ਵਿਦਿਨ 10 ਡੇਜ਼ ਜਿਹੜੀ ਆ ਉਹ ਆਜੂਗੀ, ਜਿਹੜੇ ਬੁੱਕ ਸੈਲਰ ਹੈ ਉਹਨਾਂ ਤੱਕ ਜਾਊਗੀ। ਇਸ ਤੋਂ ਇਲਾਵਾ ਜਿਹੜਾ ਇਹਦਾ ਸ਼ਾਹਮੁਖੀ ਐਡੀਸ਼ਨ ਹੈ ਉਹ ਪਾਕਿਸਤਾਨ ਦੇ ਵਿੱਚ ਪਬਲਿਸ਼ ਹੋਊਗਾ ਤੇ ਇੰਗਲਿਸ਼ ਜਿਹੜਾ ਐਡੀਸ਼ਨ ਹੋਊਗਾ। ਸੋ ਤਿੰਨਾਂ ਭਾਸ਼ਾਵਾਂ ਦੇ ਵਿੱਚ ਇਹ ਆਊਗੀ। ਹਲਦੀ ਘੜੀ ਪੰਜਾਬੀ ਗੁਰਮੁਖੀ ਦੇ ਵਿੱਚ ਹੈ। ਬਹੁਤ ਵਧੀਆ, ਬਹੁਤ ਮਜ਼ਾ ਆ ਗਿਆ ਢਿੱਲੋਂ ਸਾਹਿਬ ਗੱਲ ਕਰਕੇ। ਮੈਨੂੰ ਉਮੀਦ ਹੈ ਸਾਡੇ ਜਿਹੜੇ ਪੰਜਾਬ ਦੇ, ਇੰਡੀਆ ਦੇ, ਦੇਸ਼ ਵਿਦੇਸ਼ ਦੇ ਜਿਹੜੇ ਸਾਡੇ ਦਰਸ਼ਕ ਹੈਗੇ ਆ, ਜਿਹੜੇ ਪ੍ਰੋਗਰਾਮ ਸਾਡੇ ਦੇਖਦੇ ਆ, ਜ਼ਰੂਰ ਇਹ ਗੱਲਾਂ ਸੁਣ ਕੇ ਉਹਨਾਂ ਨੂੰ ਫਸਟ ਹੈਂਡ ਇਨਫੋਰਮੇਸ਼ਨ ਮਿਲੀ ਹੋਗੀ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਥੈਂਕ ਯੂ ਵੈਰੀ ਮਚ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਧੰਨਵਾਦ ਕਿ ਤੁਸੀਂ ਜਿਹੜਾ ਇਹ ਆਵਾਜ਼ ਜਿਹੜੀ ਹੈ, ਸੱਚ ਬੋਲਣਾ ਬੜਾ ਔਖਾ ਹੈ, ਸੱਚ ਸੁਣਨਾ ਬੜਾ ਔਖਾ ਹੈ, ਤੇ ਆਵਾਜ਼ ਜਿਹੜਾ ਆ ਇਹ ਸਾਰੇ ਸੰਸਾਰ ਤੱਕ ਪਹੁੰਚਾ ਰਹੇ ਹੋ ਗ੍ਰਾਂਟ ਟੀਵੀ ਦੇ ਜਰੀਏ। ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਧੰਨਵਾਦ, ਧੰਨਵਾਦ, ਧੰਨਵਾਦ।